ਵਿਦਿਆਰਥੀਓ, ਜ਼ਿੰਦਗੀ ਵਿੱਚ ਸਾਨੂੰ ਸਭ ਤੋਂ ਵੱਧ ਲੋੜ ਜੇ ਕਿਸੇ ਪਦਾਰਥ ਦੀ ਹੈ ਤਾਂ ਉਹ ਹੈ ਭੋਜਨ। ਤੰਦਰੁਸਤ ਜਿਉਣ ਲਈ ਸਾਨੂੰ ਕਣਕ, ਚਾਵਲ, ਸਬਜ਼ੀਆਂ, ਫਲ, ਪਾਣੀ ਆਦਿ ਦੀ ਲੋੜ ਪੈਂਦੀ ਹੈ। ਪਰ ਅਸੀਂ ਫਸਲਾਂ ਅਤੇ ਸਬਜ਼ੀਆਂ ਨੂੰ ਰੋਗਾਂ ਅਤੇ ਕੀਟਾਂ ਤੋਂ ਬਚਾਉਣ ਲਈ ਕੀਟਨਾਸ਼ਕਾਂ ਅਤੇ ਰਸਾਇਣਾਂ ਦੀ ਵਰਤੋਂ ਕਰਦੇ ਹਾਂ। ਪਰ ਇਹਨਾਂ ਦੀ ਵਰਤੋਂ ਲੋੜ ਤੋਂ ਜ਼ਿਆਦਾ ਕਰਨ ਨਾਲ ਇਹ ਰਸਾਇਣ ਅਤੇ ਕੀਟਨਾਸ਼ਕ ਸਾਡੇ ਸਰੀਰ ਦੇ ਵਿੱਚ ਦਾਖਲ ਹੁੰਦੇ ਹਨ ਅਤੇ ਕਿਵੇਂ ਸਾਡੇ ਸਰੀਰ ਨੂੰ ਹਾਨੀ ਪਹੁੰਚਾਉਂਦੇ ਹਨ। ਆਓ ਹੁਣ ਇਸ ਨੂੰ ਦੇਖਦੇ ਹਾਂ। ਵਿਦਿਆਰਥੀਓ, ਸਾਡੇ ਸਰੀਰ ਦੇ ਵਿੱਚ ਰਸਾਇਣਕ ਪਦਾਰਥਾਂ ਦੀ ਮਾਤਰਾ ਜਮ੍ਹਾਂ ਹੋਣ ਦੀ ਪ੍ਰਕਿਰਿਆ ਨੂੰ ਅਸੀਂ ਜੈਵਿਕ ਵਧਾਓ ਕਹਿੰਦੇ ਹਾਂ। ਤਾਂ ਆਓ ਅਸੀਂ ਦੇਖਦੇ ਹਾਂ ਇਹ ਜੈਵਿਕ ਵਧਾਓ ਹੁੰਦਾ ਕਿਵੇਂ ਹੈ। ਜਦੋਂ ਅਸੀਂ ਕੀਟਨਾਸ਼ਕਾਂ ਨੂੰ ਸਪਰੇਅ ਦੇ ਰੂਪ ਵਿੱਚ ਵਰਤਦੇ ਹਾਂ ਤਾਂ ਇਹ ਮਿੱਟੀ ਅਤੇ ਪਾਣੀ ਸਰੋਤਾਂ ਵਿੱਚ ਮਿਲ ਜਾਂਦੇ ਹਨ। ਇਹ ਮਿੱਟੀ ਅਤੇ ਜਲ ਸਰੋਤਾਂ ਨੂੰ ਪੌਦੇ ਅਤੇ ਜੰਤੂ ਆਪਣੇ ਵਾਧੇ ਲਈ ਵਰਤਦੇ ਹਨ। ਫਿਰ ਅਸੀਂ ਜਦੋਂ ਇਹਨਾਂ ਪੌਦਿਆਂ ਨੂੰ ਭੋਜਨ ਦੇ ਰੂਪ ਵਿੱਚ ਖਾਂਦੇ ਹਾਂ ਤਾਂ ਇਹ ਰਸਾਇਣ ਸਾਡੇ ਸਰੀਰ ਦੇ ਵਿੱਚ ਵੱਧ ਤੋਂ ਮਾਤਰਾ ਵਿੱਚ ਜਮ੍ਹਾਂ ਹੋ ਜਾਂਦੇ ਹਨ। ਤਾਂ ਇਸ ਪ੍ਰਕਿਰਿਆ ਨੂੰ ਅਸੀਂ ਜੈਵਿਕ ਵਧਾਓ ਕਹਿੰਦੇ ਹਾਂ। ਪਿਆਰੇ ਵਿਦਿਆਰਥੀਓ, ਆਓ ਆਪਾਂ ਇਸ ਪਾਠ ਵਿੱਚੋਂ ਇੱਕ ਇੰਪੋਰਟੈਂਟ ਟੌਪਿਕ ਕਰੀਏ ਜਿਸ ਵਿੱਚੋਂ ਅਕਸਰ ਬੋਰਡ ਪ੍ਰੀਖਿਆਵਾਂ ਦੇ ਵਿੱਚ ਪ੍ਰਸ਼ਨ ਪੁੱਛਿਆ ਜਾਂਦਾ ਹੈ। ਤਾਂ ਉਸ ਟੌਪਿਕ ਦਾ ਨਾਂ ਹੈ ਓਜ਼ੋਨ ਪਰਤ ਅਤੇ ਇਹ ਕਿਵੇਂ ਨਸ਼ਟ ਹੋ ਰਹੀ ਹੈ। ਇਸ ਨੂੰ ਜਾਣਨ ਲਈ ਆਓ ਅਸੀਂ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ ਤੋਂ ਜਾਣੂ ਹੋ ਜਾਈਏ। ਲੇਅਰਸ ਆਫ ਐਟਮੋਸਫੀਅਰ ਯਾਨੀ ਕਿ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ। ਤਾਂ ਵਾਯੂਮੰਡਲ ਦੀਆਂ ਵੱਖ-ਵੱਖ ਪਰਤਾਂ ਹਨ ਜਿਨ੍ਹਾਂ ਦੇ ਵਿੱਚੋਂ ਇੱਕ ਪਰਤ ਹੈ ਸਮਤਾਪ ਮੰਡਲ, ਜਿਸ ਨੂੰ ਅਸੀਂ ਸਟ੍ਰੈਟੋਸਫੀਅਰ ਵੀ ਕਹਿੰਦੇ ਹਾਂ। ਇਸੇ ਸਮਤਾਪ ਮੰਡਲ ਦੇ ਵਿੱਚ ਓਜ਼ੋਨ ਪਰਤ ਪਾਈ ਜਾਂਦੀ ਹੈ। ਓਜ਼ੋਨ ਪਰਤ ਦੀ ਮੋਟਾਈ 15 ਤੋਂ 35 ਕਿਲੋਮੀਟਰ ਦੇ ਲਗਭਗ ਹੈ, ਜੋ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਹੈ। ਆਓ ਇੱਕ ਵੀਡੀਓ ਦੀ ਮਦਦ ਨਾਲ ਇਸ ਓਜ਼ੋਨ ਪਰਤ ਬਾਰੇ ਜਾਣੂ ਹੁੰਦੇ ਹਾਂ। ਵਿਦਿਆਰਥੀਓ, ਓਜ਼ੋਨ ਪਰਤ ਸਾਨੂੰ ਸੂਰਜ ਤੋਂ ਆਉਣ ਵਾਲੀਆਂ ਪਰਾਬੈਂਗਣੀ ਕਿਰਨਾਂ ਜਾਂ UV ਰੇਜ਼ ਤੋਂ ਬਚਾਉਂਦੀ ਹੈ। ਓਜ਼ੋਨ ਪਰਤ ਜੋ ਆਕਸੀਜਨ ਦੇ 3 ਪਰਮਾਣੂਆਂ ਤੋਂ ਮਿਲ ਕੇ ਬਣੀ ਇੱਕ ਗੈਸ ਹੈ, ਜਿਸ ਦੀ ਮੋਟਾਈ 3 ਤੋਂ ਲੈ ਕੇ 5 ਮਿਲੀਮੀਟਰ ਤੱਕ ਹੁੰਦੀ ਹੈ, ਜੋ ਪੂਰੇ ਸਮਤਾਪ ਮੰਡਲ ਵਿੱਚ ਫੈਲੀ ਹੋਈ ਹੈ। ਇਹ ਪਰਤ ਸਾਨੂੰ ਮਿਲੀਅਨ ਸਾਲਾਂ ਤੋਂ ਲਗਾਤਾਰ ਹਾਨੀਕਾਰਕ ਕਿਰਨਾਂ ਤੋਂ ਬਚਾਉਂਦੀ ਆ ਰਹੀ ਹੈ। ਪਰ ਇਸ ਦੀ ਪਰਤ ਆ ਜਿਹੜੀ ਉਹ ਹੌਲੀ ਹੌਲੀ ਪਤਲੀ ਹੋ ਰਹੀ ਹੈ। ਇਸ ਦਾ ਕਾਰਨ ਹਨ ਫੈਕਟਰੀਆਂ ਅਤੇ ਕਲੋਰੋਫਲੋਰੋਕਾਰਬਨਜ਼ ਅਤੇ ਆਵਾਜਾਈ ਦੇ ਸਾਧਨਾਂ 'ਚੋਂ ਨਿਕਲਣ ਵਾਲਾ ਨਾਈਟ੍ਰੋਜਨ ਆਕਸਾਈਡ। ਘਰਾਂ ਦੇ ਵਿੱਚ ਅਸੀਂ ਫਰਿੱਜ ਅਤੇ AC ਵਰਤਦੇ ਹਾਂ ਅਤੇ ਜਿਨ੍ਹਾਂ ਦੇ ਵਿੱਚੋਂ ਕਲੋਰੋਫਲੋਰੋਕਾਰਬਨਜ਼ ਲਗਾਤਾਰ ਪੈਦਾ ਹੋ ਰਹੇ ਹਨ ਅਤੇ ਵਾਤਾਵਰਨ ਵਿੱਚ ਮਿਲ ਕੇ ਇਸ ਪਰਤ ਨੂੰ ਪਤਲਾ ਕਰ ਰਹੇ ਹਨ। ਆਵਾਜਾਈ ਦੇ ਸਾਧਨਾਂ ਵਿੱਚੋਂ ਨਿਕਲਣ ਵਾਲੀ ਨਾਈਟ੍ਰੋਜਨ ਆਕਸਾਈਡਸ ਵੀ ਇਸ ਪਰਤ ਨੂੰ ਪਤਲਾ ਕਰ ਰਹੇ ਹਨ, ਜਿਸ ਕਰਕੇ ਇਸ ਪਰਤ ਦੇ ਵਿੱਚ ਇੱਕ ਹੋਲ ਹੋ ਗਿਆ ਹੈ ਜੋ ਸੂਰਜ ਤੋਂ ਆ ਰਹੀਆਂ ਪਰਾਬੈਂਗਣੀ ਕਿਰਨਾਂ ਨੂੰ ਸਾਡੇ ਤੱਕ ਪਹੁੰਚਾ ਰਿਹਾ ਹੈ, ਜਿਸ ਕਰਕੇ ਚਮੜੀ ਦੇ ਰੋਗ ਅਤੇ ਹੋਰ ਖਤਰਨਾਕ ਬਿਮਾਰੀਆਂ ਪੈਦਾ ਹੋ ਰਹੀਆਂ ਹਨ। ਵਿਦਿਆਰਥੀਓ, ਅਸੀਂ ਹਰ ਰੋਜ਼ ਰਸੋਈ ਵਿੱਚ ਸਬਜ਼ੀ ਬਣਾਉਣ ਤੋਂ ਬਾਅਦ ਜਾਂ ਭੋਜਨ ਬਣਾਉਣ ਤੋਂ ਬਾਅਦ ਵਿਅਰਥ ਪਦਾਰਥਾਂ ਨੂੰ ਅਕਸਰ ਸੁੱਟ ਦਿੰਦੇ ਹਾਂ। ਪਰ ਕੀ ਤੁਸੀਂ ਇਸ ਵਿਅਰਥ ਪਦਾਰਥ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰ ਸਕਦੇ ਹੋ? ਹਾਂ, ਬਿਲਕੁਲ ਕੀਤਾ ਜਾ ਸਕਦਾ ਹੈ। ਅਸੀਂ ਇਸ ਵਿਅਰਥ ਪਦਾਰਥ ਤੋਂ ਜੈਵਿਕ ਖਾਦ ਤਿਆਰ ਕਰ ਸਕਦੇ ਹਾਂ। ਆਓ ਇਹ ਜੈਵਿਕ ਖਾਦ ਕਿਵੇਂ ਤਿਆਰ ਹੁੰਦੀ ਹੈ ਇਸ ਬਾਰੇ ਚਰਚਾ ਕਰਦੇ ਹਾਂ। ਵਿਦਿਆਰਥੀਓ, ਅਸੀਂ ਸਬਜ਼ੀਆਂ ਅਤੇ ਫਲਾਂ ਦੇ ਛਿਲਕੇ ਲੈਣੇ ਹਨ। ਫਿਰ ਇੱਕ ਗਮਲਾ ਜਿਸ ਦੇ ਨੀਚੇ ਇੱਕ ਛੇਕ ਕੀਤਾ ਹੋਇਆ ਹੈ
ਉਸ ਨੂੰ ਅਸੀਂ ਲੈ ਲੈਣਾ ਹੈ। ਤੇ ਫਿਰ ਇਸ ਦੇ ਵਿੱਚ ਸੁੱਕੇ ਹੋਏ ਕੁਝ ਪੱਤੇ, ਇਹ ਕਿਸੇ ਵੀ ਦਰਖਤ ਦੇ ਹੋ ਸਕਦੇ ਹਨ, ਇਹ ਸੁੱਕੇ ਪੱਤੇ ਅਸੀਂ ਬਿਲਕੁਲ ਥੱਲੇ ਦੇ ਉੱਪਰ ਪਾ ਦੇਣਾ ਹੈ। ਫਿਰ ਉਸ ਤੋਂ ਬਾਅਦ ਕਿਸੇ ਬਗੀਚੇ ਤੋਂ ਜਾਂ ਕਿਸੇ ਖੇਤ ਵਿੱਚੋਂ ਉਪਜਾਊ ਮਿੱਟੀ ਲੈ ਕੇ ਅਸੀਂ ਇਸ ਨੂੰ ਗਮਲੇ ਦੇ ਵਿੱਚ ਪਾ ਦੇਣਾ ਹੈ। ਇਸ ਨੂੰ ਚੰਗੀ ਤਰ੍ਹਾਂ ਨੀਚੇ ਥੱਲੇ ਦੇ ਦਬਾ ਦੇਣਾ ਹੈ। ਫਿਰ ਅਸੀਂ ਇਸ ਦੇ ਵਿੱਚ ਸਬਜ਼ੀਆਂ, ਫਲਾਂ ਦੇ ਵਿਅਰਥ ਪਦਾਰਥ ਇਸ ਗਮਲੇ ਦੇ ਵਿੱਚ ਪਾ ਦੇਣੇ ਹਨ। ਅਸੀਂ ਇਸ ਗਮਲੇ ਦੇ ਵਿੱਚ ਸਬਜ਼ੀਆਂ ਦੇ ਸਿਲਕੇ ਤੋਂ ਇਲਾਵਾ ਸੁੱਕੀ ਚਾਹ ਜਾਂ ਖਰਾਬ ਹੋਇਆ ਭੋਜਨ ਵੀ ਪਾ ਸਕਦੇ ਹਾਂ ਅਤੇ ਇਸ ਨੂੰ ਚੰਗੀ ਤਰ੍ਹਾਂ ਦਬਾ ਦੇਣਾ ਹੈ। ਅਸੀਂ ਇਸ ਦੇ ਵਿੱਚ ਅੰਡਿਆਂ ਦਾ ਖੋਲ ਵੀ ਪਾ ਸਕਦੇ ਹਾਂ। ਤਾਂ ਅਸੀਂ ਹੁਣ ਇਸ ਦੇ ਵਿੱਚ ਅੰਡਿਆਂ ਦੇ ਖੋਲ ਨੂੰ ਤੋੜ ਕੇ ਇਸ ਉੱਪਰ ਪਾ ਦੇਣਾ ਹੈ। ਤਾਂ ਇਸ ਨੂੰ ਚੰਗੀ ਤਰ੍ਹਾਂ ਪਾਉਣਾ ਹੈ ਜਿਸ ਨਾਲ ਇਹਨਾਂ ਦਾ ਚੂਰਾ ਹੋ ਜਾਵੇ। ਤਾਂ ਇਸ ਨੂੰ ਪੂਰੀ ਤਰ੍ਹਾਂ ਇਸ ਗਮਲੇ ਦੇ ਵਿੱਚ ਫੈਲਾ ਦੇਣਾ ਹੈ ਅਤੇ ਜਿੰਨਾ ਹੋ ਸਕਿਆ ਤੁਸੀਂ ਇਸ ਨੂੰ ਢੱਕ ਦੇਣਾ ਹੈ ਅੰਡਿਆਂ ਦੇ ਖੋਲ ਦੇ ਨਾਲ। ਹੁਣ ਅਸੀਂ ਇਸ ਵਿੱਚ ਉਪਜਾਊ ਮਿੱਟੀ ਜਾਂ ਪੱਤਿਆਂ ਨੂੰ ਅਸੀਂ ਤੋੜ ਮਰੋੜ ਕੇ ਸੁੱਕੇ ਪੱਤਿਆਂ ਨੂੰ ਇਸ ਦੇ ਵਿੱਚ ਪਾ ਦੇਣਾ ਹੈ। ਇਸ ਨੂੰ ਚੰਗੀ ਤਰ੍ਹਾਂ ਢੱਕ ਦੇਣਾ ਹੈ ਜਿਸ ਨਾਲ ਇਹ ਜਿਹੜੇ ਖੋਲ ਹੈ ਉਹ ਢੱਕਿਆ ਜਾਵੇ। ਅਤੇ ਹੁਣ ਇਸ ਦੇ ਵਿੱਚ ਉਹੀ ਬਗੀਚੇ ਤੋਂ ਲਿਆਂਦੀ ਹੋਈ ਉਪਜਾਊ ਮਿੱਟੀ ਪਾ ਦੇਣੀ ਹੈ ਜਿਸ ਨਾਲ ਪੂਰੇ ਦਾ ਪੂਰਾ ਜਿਹੜਾ ਵੇਸਟੇਜ ਹੈ ਉਹ ਢੱਕਿਆ ਜਾਵੇ। ਹੁਣ ਅਸੀਂ ਇਸ ਨੂੰ ਪੂਰੀ ਤਰ੍ਹਾਂ ਮਿੱਟੀ ਨਾਲ ਢੱਕ ਦੇਵਾਂਗੇ ਅਤੇ ਜਿਸ ਨਾਲ ਇਹ ਸਾਰੇ ਦਾ ਸਾਰਾ ਜਿਹੜਾ ਵਿਅਰਥ ਪਦਾਰਥ ਆ ਉਹ ਲੁਕ ਜਾਵੇ। ਇਸ ਨੂੰ ਚੰਗੀ ਤਰ੍ਹਾਂ ਢੱਕ ਦਿਓ। ਹੁਣ ਅਸੀਂ ਇਸ ਨੂੰ ਪਾਣੀ ਦੇਵਾਂਗੇ ਹਲਕਾ। ਤਾਂ ਪਾਣੀ ਨੂੰ ਤੁਸੀਂ ਇਸ ਤਰ੍ਹਾਂ ਛਿੜਕਾਅ ਕਰ ਦੇਣਾ ਵੀ ਜਿਹੜਾ ਸਾਰਾ ਵੇਸਟੇਜ ਹੈ ਉਹ ਪੂਰੀ ਤਰ੍ਹਾਂ ਸਿੱਲਾ ਹੋ ਜੇ, ਗਿੱਲਾ ਹੋ ਜੇ। ਤਾਂ ਇਸ ਦੇ ਵਿੱਚ ਅਸੀਂ ਪਾਣੀ ਦੇ ਦਿੱਤਾ ਹੈ। ਧਿਆਨ ਰੱਖਿਓ ਬਹੁਤ ਜ਼ਿਆਦਾ ਮਾਤਰਾ ਵਿੱਚ ਵੀ ਪਾਣੀ ਨਾ ਪਾਇਆ ਜਾਵੇ ਤਾਂ ਕਿ ਜਿਹੜਾ ਵਿਅਰਥ ਪਦਾਰਥ ਆ ਬਾਹਰ ਨਾ ਆ ਸਕੇ। ਹੁਣ ਤੁਸੀਂ ਦੇਖੋ ਧਿਆਨ ਨਾਲ, ਇਹ ਜਿਹੜਾ ਵਿਅਰਥ ਪਦਾਰਥ ਹੈ ਇਹ ਸਾਰਾ ਜਿਹੜਾ ਪਾਣੀ ਹੌਲੀ ਹੌਲੀ ਸੋਖ ਰਿਹਾ ਹੈ ਅਤੇ ਇਸ ਦਾ ਇੰਤਜ਼ਾਰ ਕਰੋ ਵੀ ਇਹ ਸਾਰਾ ਪਾਣੀ ਪੂਰੀ ਤਰ੍ਹਾਂ ਸੋਖ ਲਵੇ। ਤਾਂ ਹੁਣ ਅਸੀਂ ਇਸ ਵਿਅਰਥ ਪਦਾਰਥ ਨੂੰ 1 ਮਹੀਨੇ ਬਾਅਦ ਚੈੱਕ ਕਰਾਂਗੇ ਵੀ ਇਸ ਦਾ ਕੀ ਬਣਿਆ। ਤਾਂ ਹੁਣ ਤੁਸੀਂ ਦੇਖੋ 1 ਮਹੀਨੇ ਬਾਅਦ ਜੇਕਰ ਤੁਸੀਂ ਦੇਖੋਗੇ ਪੂਰੇ ਦਾ ਪੂਰਾ ਸਬਜ਼ੀਆਂ ਦੇ ਛਿਲਕੇ, ਪੱਤੇ ਇੱਕ ਜੈਵਿਕ ਖਾਦ ਦੇ ਰੂਪ ਵਿੱਚ ਤਿਆਰ ਹੋ ਜਾਂਦੇ ਹਨ। ਤਾਂ ਇਸ ਤਰ੍ਹਾਂ ਅਸੀਂ ਜੈਵਿਕ ਖਾਦ ਆ ਜਿਹੜੀ ਉਹ ਤਿਆਰ ਕਰ ਸਕਦੇ ਹਾਂ। ਵਿਦਿਆਰਥੀਓ, ਤੁਸੀਂ ਦੇਖਿਆ ਕਿ ਕਿਵੇਂ ਅਸੀਂ ਵੇਸਟ ਪਦਾਰਥਾਂ ਨੂੰ ਜੈਵਿਕ ਖਾਦਾਂ ਦੇ ਰੂਪ ਵਿੱਚ ਵਰਤ ਸਕਦੇ ਹਾਂ। ਜੈਵਿਕ ਖਾਦਾਂ ਨੇ ਜਿਹੜੀਆਂ ਉਹ ਜੈਵ ਵਿਘਟਨਸ਼ੀਲ ਪਦਾਰਥਾਂ ਤੋਂ ਬਣਦੀਆਂ ਹਨ। ਹੁਣ ਸਭ ਦੇ ਮਨ 'ਚ ਇਹ ਡਾਊਟ ਹੋਊਗਾ ਕਿ ਜੈਵ ਵਿਘਟਨਸ਼ੀਲ ਪਦਾਰਥ ਕਿਹੜੇ ਹੁੰਦੇ ਨੇ। ਤਾਂ ਇਹ ਉਹ ਪਦਾਰਥ ਹੁੰਦੇ ਨੇ ਜਿਹੜੇ ਜੈਵਿਕ ਪ੍ਰਕਿਰਿਆਵਾਂ ਰਾਹੀਂ ਸਰਲ ਅਣੂਆਂ ਵਿੱਚ ਟੁੱਟ ਜਾਂਦੇ ਨੇ, ਅਪਘਟਿਤ ਹੋ ਜਾਂਦੇ ਨੇ। ਉਹਨਾਂ ਨੂੰ ਅਸੀਂ ਜੈਵ ਵਿਘਟਨਸ਼ੀਲ ਪਦਾਰਥ ਕਹਿੰਦੇ ਹਾਂ। ਜਿਵੇਂ ਕਿ ਸਬਜ਼ੀਆਂ ਦੇ ਛਿਲਕੇ ਨੇ ਜਿਹੜੇ, ਉਹ ਕੁਝ ਸਮੇਂ ਬਾਅਦ ਜੈਵਿਕ ਖਾਦ ਦੇ ਵਿੱਚ ਬਦਲ ਗਏ। ਤਾਂ ਇਹ ਸਭ ਕੀ ਹੋ ਗਏ? ਜੈਵ ਵਿਘਟਨਸ਼ੀਲ ਪਦਾਰਥ। ਵਿਦਿਆਰਥੀਓ, ਵਾਤਾਵਰਣ ਵਿੱਚ ਕੁਝ ਜੈਵਿਕ ਅਵਿਘਟਨਸ਼ੀਲ ਪਦਾਰਥ ਵੀ ਹਨ ਜਿਨ੍ਹਾਂ ਵਿੱਚ ਸਭ ਤੋਂ ਮੇਨ ਹੈ ਪਲਾਸਟਿਕ। ਪਲਾਸਟਿਕ ਇੱਕ ਜੈਵ ਅਵਿਘਟਨਸ਼ੀਲ ਪਦਾਰਥ ਹੈ ਕਿਉਂਕਿ ਇਹ ਕਿਸੇ ਵੀ ਬੈਕਟੀਰੀਆ ਜਾਂ ਐਂਜ਼ਾਈਮ ਰਾਹੀਂ ਟੁੱਟਦਾ ਨਹੀਂ, ਅਪਘਟਿਤ ਨਹੀਂ ਹੁੰਦਾ ਅਤੇ ਜਿਸ ਕਰਕੇ ਇਹ ਕੂੜਾ ਕਰਕਟ ਵਧਾਉਣ ਦੇ ਵਿੱਚ ਸਭ ਤੋਂ ਉੱਪਰ ਹੈ। ਤਾਂ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਨੂੰ ਅਸੀਂ ਅਕਸਰ ਗਲੀਆਂ, ਨਾਲੀਆਂ, ਰੂੜੀਆਂ ਜਾਂ ਅਜਿਹੇ ਪਬਲਿਕ ਸਥਾਨਾਂ 'ਤੇ ਦੇਖਦੇ ਹਾਂ ਅਤੇ ਇਹ ਲਗਾਤਾਰ ਇਸੇ ਅਵਸਥਾ ਵਿੱਚ ਰਹਿੰਦੇ ਹਨ ਕਿਉਂਕਿ ਇਹ ਜੈਵਿਕ ਅਵਿਘਟਨਸ਼ੀਲ ਪਦਾਰਥ ਹਨ। ਇਹਨਾਂ ਤੋਂ ਪੈਦਾ ਹੋਣ ਵਾਲਾ ਕੂੜਾ ਕਰਕਟ ਲਗਾਤਾਰ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ। ਇਹ
ਇਹਨਾਂ ਦਾ ਪ੍ਰਬੰਧ ਵੀ ਸਰਕਾਰ ਲਈ ਇੱਕ ਚਿੰਤਾਜਨਕ ਵਿਸ਼ਾ ਬਣਿਆ ਹੋਇਆ ਹੈ ਕਿ ਪਲਾਸਟਿਕ ਨੂੰ ਕਿਵੇਂ ਘੱਟ ਕੀਤਾ ਜਾਵੇ ਤੇ ਇਸ ਨੂੰ ਕਿਵੇਂ ਵਿਘਟਨਸ਼ੀਲ ਬਣਾਇਆ ਜਾਵੇ। ਵਿਦਿਆਰਥੀਓ, ਮਨੁੱਖ ਦੁਆਰਾ ਪੈਦਾ ਕੀਤੇ ਗਏ ਕੂੜੇ ਕਰਕਟ ਦੇ ਨਿਪਟਾਰੇ ਦੇ ਲਈ ਕਈ ਢੰਗ ਅਪਣਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਇੱਕ ਢੰਗ ਹੈ ਡਿਸਪੋਜ਼ਲ ਗਲਾਸਾਂ ਦੀ ਵਰਤੋਂ। ਇਹਨਾਂ ਗਲਾਸਾਂ ਦੀ ਵਰਤੋਂ ਦਾ ਇੱਕ ਫਾਇਦਾ ਇਹ ਹੈ ਕਿ ਇਹਨਾਂ ਤੋਂ ਪੈਦਾ ਹੋਣ ਵਾਲਾ ਕੂੜਾ ਕਰਕਟ ਛੇਤੀ ਨਿਪਟਾਇਆ ਜਾ ਸਕਦਾ ਹੈ, ਕਿਉਂਕਿ ਇਹ ਡਿਸਪੋਜ਼ਲ ਗਲਾਸ ਜੈਵ ਵਿਘਟਨਸ਼ੀਲ ਹਨ ਅਤੇ ਸਰਲ ਅਣੂਆਂ ਵਿੱਚ ਜਲਦੀ ਅਪਘਟਿਤ ਹੋ ਕੇ ਮਿੱਟੀ ਵਿੱਚ ਮਿਲ ਜਾਂਦੇ ਹਨ। ਇਸ ਤੋਂ ਬਿਨਾਂ ਸਰਕਾਰਾਂ ਵੱਲੋਂ ਪਲਾਸਟਿਕ ਦੇ ਲਿਫਾਫਿਆਂ ਉੱਤੇ ਬੈਨ ਕੀਤਾ ਗਿਆ ਹੈ ਅਤੇ ਵੱਖਰੀ ਤਰ੍ਹਾਂ ਦੇ ਕੈਰੀ ਬੈਗਸ ਨੇ ਜਿਹੜੇ ਉਹ ਦੁਕਾਨਦਾਰਾਂ ਨੂੰ ਦੇ ਦਿੱਤੇ ਗਏ ਹਨ ਅਤੇ ਇਹਨਾਂ ਵਿੱਚ ਅਸੀਂ ਕੋਈ ਵੀ ਖਾਣ ਵਾਲਾ ਪਦਾਰਥ ਆਸਾਨੀ ਨਾਲ ਰੱਖ ਸਕਦੇ ਹਾਂ ਤੇ ਕੋਈ ਵੀ ਇਸ ਤੋਂ ਬਿਮਾਰੀ ਫੈਲਣ ਦਾ ਡਰ ਨਹੀਂ ਹੈ। ਤਾਂ ਵਿਦਿਆਰਥੀਓ, ਅਸੀਂ ਦੇਖਿਆ ਹੈ ਕਿ ਪਲਾਸਟਿਕ ਇੱਕ ਜੈਵ ਵਿਘਟਨਸ਼ੀਲ ਪਦਾਰਥ ਹੈ, ਤਾਂ ਇਹਨਾਂ ਦੇ ਉੱਪਰ ਸਰਕਾਰ ਵੱਲੋਂ ਬੈਨ ਕੀਤਾ ਗਿਆ ਹੈ। ਤਾਂ ਆਓ ਅਸੀਂ ਸਾਰੇ ਪਲਾਸਟਿਕ ਤੋਂ ਬਣੀਆਂ ਚੀਜ਼ਾਂ ਨੂੰ ਨਾ ਕਰੀਏ ਅਤੇ ਇਹਨਾਂ ਦੀ ਵਰਤੋਂ ਦੇ ਉੱਪਰ ਪ੍ਰੋਪਰ ਰੋਕ ਲਗਾਈਏ। ਉਮੀਦ ਕਰਦਾ ਹਾਂ ਕਿ ਤੁਹਾਨੂੰ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਧੰਨਵਾਦ।